ਮਾਂ ਇੱਕ ਸ਼ਬਦ ਨਹੀਂ, ਪੂਰਾ ਸੰਸਾਰ ਹੈ। ਪਰ ਜਦ ਇੱਕ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਦੇਸ਼ ਦੀ ਰੱਖਿਆ ਲਈ ਜੰਗ ਦੇ ਮੈਦਾਨ 'ਚ ਭੇਜਦੀ ਹੈ ਤਾਂ ਉਹਦੇ ਮਾਂ ਹੋਣ ਦੀ ਪਰਿਭਾਸ਼ਾ ਹੋਰ ਵੀ ਉੱਚੀ ਹੋ ਜਾਂਦੀ ਹੈ। ਭਾਵੇਂ ਕਿ ਹੁਣ ਸੀਜ਼ ਫਾਇਰ ਦਾ ਐਲਾਨ ਹੋ ਚੁੱਕਿਆ ਹੈ, ਪਰ ਉਹਨਾਂ ਮਾਵਾਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਰਹੱਦਾਂ ਤੇ ਭੇਜਿਆ। ਉਹਨਾਂ ਦੇ ਦਿਲੋਂ ਆਈਆਂ ਉਮੀਦਾਂ, ਤਕਲੀਫਾਂ ਤੇ ਮਾਣ ਦਾ ਅਹਿਸਾਸ ਕਰਦੇ ਹਾਂ। ਤੁਹਾਡੇ ਲਈ ਮਾਂ ਹੋਣ ਦਾ ਕੀ ਮਤਲਬ ਹੈ ਜਦੋਂ ਤੁਹਾਡਾ ਪੁੱਤ ਫੌਜ 'ਚ ਹੋਵੇ? ਮਾਂ ਹੋਣ ਦੇ ਨਾਤੇ ਮੈਂ ਇਹੀ ਕਹਿੰਦੀ ਹਾਂ ਕਿ ਮੈਨੂੰ ਬੜਾ ਗਰਵ ਫੀਲ ਹੁੰਦਾ ਹੈ ਕਿ ਮੇਰਾ ਬੇਟਾ ਫੌਜ 'ਚ ਹੈ, ਸਾਰੀ ਦੇਸ਼ ਦੀ ਸੇਵਾ ਕਰ ਰਿਹਾ ਉਹ। ਐਜ਼ ਅ ਮਦਰ ਮੈਨੂੰ ਲੱਗਦਾ ਕਿ ਬਸ ਮੈਂ ਇਹ ਚਾਹੁੰਦੀ ਸੀ ਕਿ ਉਹ ਖੁਸ਼ ਹੈ, ਕਿ ਜਿਸ 'ਚ ਉਹਨੂੰ ਖੁਸ਼ੀ ਮਿਲੇ ਉਹ ਕਰ ਰਹੀ ਹੈ। ਉੱਥੇ ਅੱਛਾ ਕਰ ਰਹੀ ਹੈ, ਬਹੁਤ ਅੱਛਾ ਕਰ ਰਹੀ ਹੈ। ਇੱਥੇ ਵੀ ਬਹੁਤ ਅੱਛਾ ਕਰਦੀ, ਥਰੂ ਆਊਟ ਦੋਨੋਂ ਟੌਪਰਸ ਹੈ ਬੇਟੀਆਂ ਮੇਰੀਆਂ ਹਰ ਚੀਜ਼ 'ਚ। ਆਪਣੀ ਬੜੇ ਡੈਡੀਕੇਸ਼ਨ ਨਾਲ ਕਰਦੇ ਆ ਜੋ ਵੀ ਕਰਦੀਆਂ ਉਹ ਦੋਨੋਂ। ਸਾਨੂੰ ਕਦੀ ਇਹੋ ਜਿਹਾ ਲੱਗਿਆ ਨਹੀਂ ਬੇਟਾ ਬੇਟੀ, ਕਿਉਂਕਿ ਮੇਰੇ ਪੇਰੈਂਟਸ ਵੀ ਇਹੋ ਜਿਹੇ ਹੀ ਹੈ। ਉਹਨਾਂ ਨੇ ਵੀ ਸਾਨੂੰ ਕਦੀ ਇਹੋ ਜਿਹਾ ਕੁਝ ਕਿਹਾ ਨਹੀਂ ਹੈ, ਪੜ੍ਹਨ ਲਈ ਨਹੀਂ ਰੋਕਿਆ, ਕੁਝ ਕਰਨ ਲਈ ਨਹੀਂ ਰੋਕਿਆ। ਐਵੇਂ ਹੀ ਫਿਰ शायद ਉੱਥੋਂ ਹੀ ਮੇਰੇ 'ਚ ਵੀ ਇਹ ਚੀज़ आ गई। माँ तो देखो एक अलग ही कोना है माँ का तो, लेकिन जो देश के लिए ज़रूरत है तो वो तो नेचुरली फौज तो पहले उसका वो है, जो जिसके लिए गया है वो अपना कर्म करने। इस जी बाकी तो उस वक्त ना खुशी हुई थी बेटा, जब भेजा था ना तब तक देखो उसने पेपर क्लियर किया, बाकी जो भी फौज के जितने भी निज़म थे सारे उसने पार किए। उस वक्त तो गर्व महसूस करती थी। अब थोड़ी सी परेशान हूँ। ਇੱਕ ਫੌਜੀ ਦੀ ਮਾਂ ਹੁੰਦੇ ਹੋਏ ਕਿਸ ਗੱਲ ਦੀ ਸਭ ਤੋਂ ਵੱਡੀ ਚਿੰਤਾ ਰਹਿੰਦੀ ਹੈ? ਚਿੰਤਾ ਕੀ, ਇੱਕ ਤਾਂ ਦੂਰ ਬਹੁਤ ਹੁੰਦੇ ਆ ਬੱਚੇ, ਜਦ ਕੁਛ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕੁਛ ਹੁੰਦਾ ਹੈ ਫਿਰ ਲੱਗਦਾ ਕਿ ਨਹੀਂ ਮੈਂ ਜਾ ਨਹੀਂ ਸਕਦੀ, ਉਹਨੂੰ ਦੇਖ ਨਹੀਂ ਸਕਦੀ। ਉਸ ਟਾਈਮ ਥੋੜਾ ਵੈਸੇ ਬਹੁਤ ਬਰੇਵ ਹੈ, ਬਹੁਤ ਸਾਰੀਆਂ ਚੀਜ਼ਾਂ ਇਕੱਲੇ ਹੀ ਹੈਂਡਲ ਕਰਦੀ ਰਹਿੰਦੀ ਹੈ, ਸਾਨੂੰ ਪਤਾ ਵੀ ਨਹੀਂ ਲੱਗਦਾ। ਬਹੁਤ ਬਰੇਵ ਹੈ, ਬਹੁਤ ਡੈਡੀਕੇਟਿਡ ਆਪਣੀ ਡਿਊਟੀ ਲਈ, ਕਲੀਅਰ ਹਾਰਟਡ ਬਹੁਤ ਜ਼ਿਆਦਾ ਹੈ। ਫੌਜੀ ਦੀ ਮਾਂ ਹੋਣ ਦੇ ਨਾਤੇ ਚਿੰਤਾ ਤਾਂ ਰਹਿੰਦੀ ਹੈ, ਬੀਇੰਗ ਏ ਪੇਰੈਂਟਸ ਤਾਂ ਚਿੰਤਾ ਰਹਿੰਦੀ ਹੈ। ਵੈਸੇ ਗਰਵ ਵੀ ਮਹਿਸੂਸ ਹੁੰਦਾ ਹੈ ਕਿ ਸਾਡਾ ਬੇਟਾ ਲੜਾਈ ਕਰ ਰਿਹਾ ਹੈ, ਦੇਸ਼ ਦੀ ਸੇਵਾ कर रहा है। चिंता कुछ नहीं है, यही है कि जो भी जितने बच्चे अपनी ड्यूटी कर रहे हैं वो सब सुरक्षित रहें। और हमें भी, हम तभी पीस में है ना तब जब वो अपनी ड्यूटी पूरी करेंगे अच्छे ढंग से। अगर हम ये सोचें कि भगत सिंह पड़ोसी के घर में पैदा हो, हमारे घर में ना हो, तो फिर तो किसी के घर में भगत सिंह पैदा नहीं होगा। क्योंकि ये तो हर आदमी यही सोचेगा, हर विचार, हर परिवार यही सोचेगा कि मेरा बच्चा थोड़ी कुर्बानी देगा देश के लिए। तो भावना तो ऐसे ही है बेटा कि अब थोड़ा सा परेशानी सी लगती है। चलो भगवान रक्षा करे। ਕਦੋਂ ਆਪਣੇ ਪੁੱਤ ਤੇ ਸਭ ਤੋਂ ਜ਼ਿਆਦਾ ਮਾਣ ਮਹਿਸੂਸ ਹੋਇਆ ਸੀ? जब उसकी पासिंग हुई थी, जब स्टार लगे थे उसके कंधों पे, तब बहुत प्राउड फील हुआ था। क्योंकि इतनी मेहनत से जो उसका था कि मैंने एक आर्मी अफसर बनना है। तो ਜਦੋਂ ਪੈਦਾ ਹੋਈ ਮੈਂ ਉਹਨੂੰ ਦੇਖਦੀ ਰਹੀ ਬਹੁਤ ਦੇਰ ਤੱਕ ਆਪਣੀ ਗੋਦੀ 'ਚ ਲੈ ਕੇ। ਜਦੋਂ ਬੇਟਾ ਮੇਰਾ ਸਿਲੈਕਟ ਹੋਇਆ ਸੀ 2018 'ਚ, ਉਦੋਂ ਉਹਨੂੰ ਮੈਨੂੰ ਇੰਨਾ ਅੱਛਾ ਲੱਗਿਆ ਸੀਗਾ। ਉਦੋਂ ਮੈਨੂੰ ਆਪਣਾ ਬੇਟਾ ਨਹੀਂ ਲੱਗ ਰਿਹਾ ਸੀ, ਦੇਸ਼ ਦਾ ਬੇਟਾ ਲੱਗ ਰਿਹਾ ਸੀ। तो बड़े जिगरे से भेजा था कि अगर हर दादी, हर माँ ये सोचे कि मैं फ़ौज में ना भेजूँ तो फ़ौज में कौन जाएगा, और देश को फ़ौज की ज़रूरत है। ਫੌਜ 'ਚ ਜਾਣ ਦਾ ਫੈਸਲਾ ਪੁੱਤ ਦਾ ਸੀ ਜਾਂ ਤੁਹਾਡਾ ਸਾਰਿਆਂ ਦਾ ਮਿਲ ਕੇ ਸੀ? ਬੇਟੇ ਦਾ ਫੈਸਲਾ ਸੀ। ਬੇਟਾ ਜਦੋਂ 8th 'ਚ ਸੀਗਾ, ਉਹ ਸ਼ੁਰੂ ਤੋਂ ਹੀ ਕਹਿੰਦਾ ਸੀ ਮੈਂ ਫੌਜ 'ਚ ਜਾਣਾ ਹੈ। ਤੇ ਅਸੀਂ ਉਹਨੂੰ ਕਿੰਨੀ ਵਾਰ ਕਿਹਾ ਵੀ ਸੋਚ ਲੈ, ਕਹਿੰਦਾ ਨਹੀਂ ਮੈਂ ਫੌਜ 'ਚ ਹੀ ਜਾਣਾ ਹੈ। ਕਾਫੀ ਉਹਨੇ ਅਟੈਂਪਟਸ ਕੀਤੇ ਪਰ ਲਾਸਟ 'ਚ ਉਹ 4th ਅਟੈਂਪਟ 'ਚ ਉਹਨੇ ਪਾਸ ਕਰ ਲਿਆ। ਤੇ ਬੜਾ ਅੱਛਾ ਲੱਗਿਆ ਉਦੋਂ ਜਦੋਂ ਸਿਲੈਕਟ ਹੋ ਗਿਆ। ਉਹਦਾ ਸੀ 100%।
ਉਹ ਜਦ ਪਹਿਲੇ ਪਲੇਨ ਉੜਦੇ ਦੇਖਦੀ ਸੀ ਨਾ ਤਾਂ ਦੌੜ ਕੇ ਬਾਹਰ ਚਲੀ ਜਾਂਦੀ ਸੀ, ਮੰਮਾ ਇਹ ਚਿਨੂਕ ਆ ਗਿਆ, ਮੰਮਾ ਇਹ ਆ ਗਿਆ, ਮੰਮਾ ਉਹ ਆ ਗਿਆ। ਤਾਂ ਉਹਦਾ ਏਮ ਸੀ ਫਾਈਟਰ ਪਾਇਲਟ ਬਣਨਾ। ਐਗਜ਼ਾਮ ਕਲੀਅਰ ਹੋ ਗਿਆ, ਉਹ ਸ਼ਾਇਦ ਲਾਈਫ ਟਾਈਮ 'ਚ ਇੱਕੋ ਵਾਰੀ ਹੁੰਦਾ ਹੈ। ਫਿਰ ਉਹ ਐਗਜ਼ਾਮ ਹੋ ਗਿਆ, ਫਿਰ ਉਹਨੇ 1 ਸੈਂਟੀਮੀਟਰ ਉਹਦੀ ਹਾਈਟ ਘੱਟ ਸੀ। ਮੈਨੂੰ ਉਸ ਚੀਜ਼ ਤੋਂ ਡਰ ਲੱਗਦਾ ਹੁੰਦਾ ਸੀ ਫਾਈਟਰ ਪਾਇਲਟ ਤੋਂ। ਮੈਂ ਉਹਨੂੰ ਕਹਿੰਦੀ ਸੀ ਤੂੰ ਗਰਾਊਂਡ ਡਿਊਟੀ ਕਰ ਲੈ, ਕਿ ਮੈਨੂੰ ਬਹੁਤ ਡਰ ਲੱਗਦਾ ਹੈ। ਬਟ ਉਹਦਾ ਪੈਸ਼ਨ ਸੀ, ਪੂਰੀ ਉਹਨੇ 에ਅਰਕ੍ਰਾਫਟ ਦੀ ਨੌਲੇਜ ਜੋ ਮਰਜ਼ੀ ਉਹਨੂੰ, ਮੈਂ ਨਹੀਂ ਪਤਾ ਲੱਗਿਆ ਕਦੋਂ ਉਹਨੇ ਗੇਨ ਕਰੀ, ਕਿਵੇਂ ਬਹੁਤ ਨੌਲੇਜ ਉਹਨੇ ਇਕੱਠੀ ਕਰੀ ਹੋਈ ਸੀ। ਫਿਰ ਇਸ ਦੀਵਾਰ ਨਾਲ ਖੜੀ ਹੋ ਕੇ ਨਾ ਮੈਨੂੰ ਇੰਚੀ ਟੇਪ ਦਿੰਦੀ ਸੀ, ਮੰਮਾ ਮੇਰੀ ਹਾਈਟ ਨਾਪੋ। ਫਿਰ ਉਹਨਾਂ ਨੇ ਕਿ 1 ਸੈਂਟੀਮੀਟਰ ਘੱਟ ਹੈ। ਬਟ ਉਸ ਤੋਂ ਬਾਅਦ ਜਦੋਂ ਹੁਣ ਟ੍ਰੇਨਿੰਗ ਸੈਂਟਰ 'ਚ ਗਈ ਉਦੋਂ ਉਹਦੀ ਹਾਈਟ ਪੂਰੀ ਹੋ ਗਈ। एक्चुअल तो वो फाइटर पायलट ही बनना चाहती थी। नहीं होना दी सी, बचपन से थी। वैसे तो देखो इतने अच्छे कॉलेज से इंजीनियरिंग करी और इतनी अच्छी कंपनी में कर रहा था जॉब, लेकिन 1 साल करी और उसके बाद तो ये यूपीएससी का पेपर पास किया और फिर वो अपने आर्मी में चला गया। अच्छा खासा केमिकल में इंजीनियरिंग करी थी और जॉब भी लग गई थी और अच्छी कंपनी में लग गई थी, अच्छी सैलरी भी ले रहा था। लेकिन उसका भाव, जैसे बचपन से मेरे साथ खेलना, मेरे साथ ही ज़्यादातर रहना, को ये तो पता ही है। ਮਦਰਸ ਡੇ ਮੌਕੇ ਤੁਹਾਡੀ ਧੀ ਜੰਗ ਤੇ ਹੈ, ਕੀ ਮੈਸੇਜ ਉਹਨੂੰ ਦੇਣਾ ਚਾਹੋਗੇ? कि हमेशा बहुत खुश रहे, बहुत ज़्यादा खुश रहे। वो मेरे लिए कर दिया ऑप्शन, हर साल भेज दिया, कभी कुछ मदर डे पर केक भेज दिया ऑनलाइन, कभी गोलगप्पे भेज दिए, कभी कुछ भेज दिया, एनिवर्सरी बर्थडे ऑनलाइन भेज दिया, घर सारा कुछ गिफ्ट्स भेज दिया। मैनू पुछदी रहंदी मम्मा की चाहिए, मम्मा तुसी ये ले लो, मम्मा तुसी ये ले लो। बहुत सारिया चीज़ां मैं ਉਹਦੇ ਮਿਸ ਕਰਦੀ ਹਾਂ। ਉਹ ਮੈਨੂੰ ਇਕੱਲੇ ਨਹੀਂ ਰਹਿਣ ਦਿੰਦੀ ਸੀ ਕਦੀ ਵੀ। ਮਤਲਬ ਮੈਂ ਕਿਤੇ ਜਾਣਾ ਹੈ, ਉਹਦੇ ਮੇਰੀ ਡਰੈਸ ਔਰ ਦੱਸਦੀ ਸੀ ਮੰਮਾ ਇਹ ਪਾ ਕੇ ਜਾਓ, ਐਵੇਂ ਰੈਡੀ ਹੋ। ਮੇਰਾ हेयर स्टाइल ऑलवेज बहुत अच्छी हेयर स्टाइलिस्ट है, हर टाइम मैनू कहती मम्मा तैयार होके आ जाओ, उन्हें बनाना है सूट। मैं 10 कढ़ ला, उन्हें नहीं मम्मा ये नहीं पाना, ये नहीं पाना, ये नहीं पाना, होर कड्डो। फिर जो वो सिलेक्ट करती सी वही ड्रेस मैं पानी। यही देना चाहती हूँ कि अपने देश के लिए भी, खुद के लिए भी और सभी के लिए, मतलब सुरक्षित जो भी होए, सुरक्षित ड्यूटी अपनी पूरी उससे करनी है। मैं कहना चाहनी हाँ, बीइंग ए मदर तो मैनू चिंता रहिंदी है, पर तू देश का बेटा है। वो हुण इस टाइम साडा बेटे की जगह देश की सेवा करे। देश उहदे लई पहला है, मदर बाद है, पेरेंट्स बाद है। वो अपनी जो ने वर्दी पाई है ਉਹਦਾ मान रखे और देश की सेवा करे। नहीं, फिर वो तो अब उसकी मजबूरी, अब तो उसने ड्यूटी देनी है, जो अपनी नौकरी है, जो उसका कर्तव्य है वो पूरा करना ही है बेटा, और करना भी चाहिए बेटा, क्योंकि गवर्नमेंट ने उसको जिस बात के लिए चुना है उसको पूरा निभाना भी चाहिए। ਧੰਨ ਜਿਗਰਾ ਉਸਮਾਨ ਦਾ ਜਿਹਨੇ ਆਪਣਾ ਪੁੱਤ ਸਰਹੱਦ ਤੇ ਤੋਰਿਆ। 2 ਦਿਨ ਵਿਆਹ ਨੂੰ ਹੋਏ ਸੀ ਤੇ ਉਹ ਪੁੱਤ ਜਦੋਂ ਸਰਹੱਦ ਤੇ ਜਾਂਦਾ ਆ, ਕੀ ਆਪਣੀ ਮਾਂ ਨੂੰ ਭਾਵੁਕ ਹੋ ਕੇ ਕਹਿੰਦਾ? ये कहता है ध्यान रखना और मैं जिस काम के लिए जा रहा हूँ वो करके आऊँगा। नहीं ਹੁੰਦਾ नहीं, ਬੱਚਿਆਂ ਦੀ ਖੁਸ਼ੀ ਔਰ ਪੈਸ਼ਨ ਦੇ ਅੱਗੇ, ਕਿਉਂਕਿ ਮਾਂ ਲਾਲਚੀ ਨਹੀਂ ਹੋ ਸਕਦੀ, ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦੀ ਲਾਲਚੀ। ਉਹਨੂੰ ਦਿਖਦਾ ਕਿ ਮੇਰਾ ਬੱਚਾ ਇੱਥੇ ਖੁਸ਼ ਹੈ ਨਾ, ਇਸ ਚੀਜ਼ 'ਚ ਖੁਸ਼ ਹੈ, ਤਾਂ ਉਹ ਆਪਣੀ ਮਮਤਾ ਨੂੰ ਉਹ ਕਰ ਲੈਂਦੀ ਸਾਈਡ। ਬਸ ਇਹ ਹੁੰਦਾ ਕਿ ਉਹਨੂੰ ਕੋਈ ਪ੍ਰੋਬਲਮ ਨਾ ਹੋਏ, ਕੋਈ ਤਕਲੀਫ ਨਾ ਹੋਏ। ਉਹ ਬਹੁਤ, ਮੈਂ ਹਮੇਸ਼ਾ ਸਮਾਈਲ ਕਰਦੀ ਰਹਿੰਦੀ ਹੈ ਉਹ ਹਰ ਜਗ੍ਹਾ, ਤਾਂ ਮੈਨੂੰ ਲੱਗਦਾ ਕਿ ਉਹ ਐਵੇਂ ਹੀ ਰਹੇ। ऐसा है कि थोड़ा भगवान पे विश्वास भी ज़्यादा है, उसमें मैं ज़्यादा वो रखती हूँ, क्योंकि यही सोचती हूँ कि जो भारत माता की रक्षा के लिए गया तो भारत माता उनकी खुद रक्षा करेगी। हम तो नहीं कर सकते ना कुछ भी,
तो ये है, मेरे को तो बस उसी उसमें दबा लेती हूँ अपने इमोशन सारे। ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਬੱਚੇ ਦੀ ਉਹਨਾਂ ਨੂੰ ਮੋਟੀਵੇਟ ਕਰੋ, ਐਜ਼ ਅ ਪੇਰੈਂਟਸ, ਐਜ਼ ਅ ਮਾਂ ਤੁਸੀਂ ਬੱਚੇ ਨੂੰ ਮੋਟੀਵੇਟ ਕਰੋ, ਉਹਨੂੰ ਇਮੋਸ਼ਨਲ ਨਾ ਕਰੋ, ਉਹਨੂੰ ਹੌਸਲਾ ਦਿਓ ਕਿ ਤੂੰ ਹੁਣ ਜਿਸ ਜਿਹੜੀ ਯੂਨੀਫਾਰਮ ਪਾਈ ਹੈ ਉਹਦੀ ਲਾਜ ਰੱਖਣੀ ਹੈ, ਉਹਦੇ ਤੁਸੀਂ ਦੇਸ਼ ਦੀ ਸੇਵਾ ਕਰਨੀ ਹੈ, ਜੰਗ 'ਚ ਅੱਗੇ ਜਾਣਾ ਹੈ, ਪਿੱਛੇ ਨਹੀਂ ਹਟਣਾ, ਤੁਸੀਂ ਸੇਵਾ ਕਰਨੀ है देश दी। इसलिए फिर ऐसे बच्चे की याद तो फिर ज़्यादा ही आती है ना, अगर ना भी जंग हो तब भी आती है। ਮਾਂ ਦੀ ਇਸ ਹਿੰਮਤ ਤੇ ਬਲੀਦਾਨ ਭਰੀ ਗਾਥਾ ਨੂੰ ਸਲਾਮ। ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੇਗੀ। ਹੈਪੀ ਮਦਰਸ ਡੇ। ਉੱਤਰ ਜਮਨ ਤਾਂ ਜਮਨ ਸੁਭਾਸ਼ ਵਰਗੇ, ਨੱਥੂ ਫੱਤੂ ਦਾ ਇੱਥੇ ਕੰਮ ਨਹੀਂ, ਨੱਥੂ ਫੱਤੂ ਦਾ ਇੱਥੇ ਕੰਮ ਨਹੀਂ। ਬਸ ਜੈ ਭਾਰਤ। ਜੈ ਭਾਰਤ।